दिन्ने हो, ठीक है जी, एक्शन ते रिएक्शन सिस्टम दा कैंसल हुंदा, इंडिविजुअल दा नहीं कैंसल हुंदा। जे आ चौक बॉक्स ने मेरे हाथ ते कहंदा जी फोर्स लगाई आ, एक्शन इहने मेरे हैंड ते परफॉर्म कीता, इहने रिएक्शन इहदे उत्ते दित्ती आ ते इहदे ते मेरे कोल सिंगल फोर्स आ, इहदे ते मेरे कोल सिंगल फोर्स आ। सिस्टम ऑफ टू जिहड़ा बनिया इहदी नेट फोर्स 0 आई आ, ठीक है जी। इंडिविजुअल दी फोर्स नहीं 0 आई, एक्शन ते रिएक्शन इक्वल एंड ओपोजिट एंड ऑलवेज कैंसल आउट इन पेयर, ठीक है जी। बट दे ऑलवेज टू बी एक्ट ऑन टू डिफरेंट ऑब्जेक्ट, बट दे नेवर टू बी एक्ट ऑन द सेम ऑब्जेक्ट। एक ही ऑब्जेक्ट है, दोनों फोर्सेस थोड़ा। जे स्टोन नू हैंड ने फोर्स दित्ती आ एक्शन बन के, ते हैंड ने स्टोन ते रिएक्शन दित्ती है, ਇਹਦਾ ਮਤਲਬ दोनों बराबर मेरे को ਜਿਹੜੀਆਂ फोर्सेस ਸੀਗੀਆਂ, ਇਹਦਾ सिस्टम ਦੇ अंदर नेट फोर्स 0 हुई आ, इंडिविजुअल ਤਾਂ नहीं किसी ਦੀ 0 हुई। नो सर। फिर हाँ जी करा कंटिन्यू इस चीज नु। यस चल फिर एक फोटो क्लिक करदा, फिर अपन नेक्स्ट टॉपिक शुरू करिए। ਹੁਣ ਨੈਕਸਟ ਟੌਪਿਕ ਬੇਟਾ ਆਪਣਾ ਇਸੇ ਚੀਜ਼ ਨਾਲ ਹੀ ਕੰਟੀਨਿਊਟੀ ਚ ਚੱਲਣਾ, ਇਹੀ ਸੈਂਟਰੀਪੀਟਲ ਫੋਰਸ ਦਾ ਆਪਣਾ ਮੇਨ ਕਨਸੈਪਟ ਹੋਏਗਾ। ਟੌਪਿਕ ਆਣਾ ਜਿਹੜਾ ਆਪਣੇ ਕੋਲ ਹੁਣ, ਟੌਪਿਕ ਦਾ ਨਾਮ ਹੈਗਾ ਆਪਣੇ ਕੋਲ ਰਾਉਂਡਿੰਗ ए लेवल कर्व्ड रोड। राउंडिंग ए लेवल कर्व रोड, या यदि था पे जिन क्वेश्चन फॉर्म च लिखा ते आप ये कहांगे डिराइव एन एक्सप्रेशन, डिराइव एन एक्सप्रेशन फॉर सेफ लिमिट ऑफ वेलोसिटी, सेफ लिमिट ऑफ वेलोसिटी व्हेन अ व्हीकल इज मूविंग, when a vehicle moves on a rough level curved road। मैं एक वर्ड ऐड किया, ठीक है जी, ऊपर ना लो, ठीक है जी, रफ लेवल कर्व्ड रोड। तो ਇਹਦਾ ਸਿੰਪਲੈਸਟ ਮੀਨ ਇਹ ਹੋਏਗਾ ਕਿ ਜੇ ਮੰਨ ਲਓ ਤੁਸੀਂ ਐਸ ਸੱਚ ਕਿਸੇ ਇੱਕ ਚੌਂਕ ਦੇ ਵਿੱਚੋਂ ਮੁੜਦੇ ਪਏ ਹੋ, ਤੁਸੀਂ ਕੋਈ ਇੱਕ ਮੋੜ ਤੋਂ ਟਰਨ ਲੈਣਾ ਵਾ, ਉਹ ਕਹਿੰਦਾ ਜਦੋਂ ਵੀ ਅਸੀਂ ਉਸ ਮੋੜ ਤੋਂ ਟਰਨ ਲੈਣਾ ਹੋਏਗਾ ਨਾ, ਤੇ ਉਸ ਇਨਸਟੈਂਟ ਦੇ ਉੱਤੇ, ਠੀਕ ਹੈ ਜੀ, ਵੀ ਆਲਵੇਸ ਟੂ ਬੀ ਰਿਕੁਆਇਰ, ਠੀਕ ਹੈ, ਸਮ ਸੇਫ ਲਿਮਿਟ ਆਫ ਵੈਲੋਸਿਟੀ। ਮਤਲਬ ਮੈਨੂੰ ਇਦਾਂ ਜੋੜ ਦਵਾਂ ਕਿ ਕਿਸੇ ਰੋਡ ਤੇ ਤੁਸੀਂ ਜਾਣੇ ਪਏ, ਅੱਗੇ ਕੋਈ ਕਰਵੇਚਰ ਆਂਦੀ ਪਈ ਤੇ ਉੱਤੇ ਉਹਦੀ ਸਪੀਡ ਲਿਮਿਟ ਲਿਖ ਦਿੱਤੀ ਉਹਨਾਂ ਨੇ, ਇਹਦਾ ਜੋ ਸਪੀਡ ਲਿਮਿਟ ਉਹਦੀ ਸੇਫ ਲਿਮਿਟ ਆ ਸਪੀਡ ਦੀ, ਉਹ ਕਿਉਂ ਲਿਖ ਕੇ ਦਿੰਦੇ ਸੀ? ਅਸੀਂ ਇਹ ਡਿਫਾਈਨ ਕਰਕੇ ਚੱਲਦੇ ਹਾਂ ਕਿ ਜੇ ਮੇਰੇ ਕੋਲ ਐਸ ਸੱਚ ਉਸ ਸੇਫ ਲਿਮਿਟ ਦੇ ਅਕੋਰਡਿੰਗਲੀ ਮੈਂ ਉਹ ਤੋਂ ਬੈਂਡ ਨਹੀਂ ਕਰਦਾ ਜਾਂ ਉਹ ਤੋਂ ਮੂਵ ਨਹੀਂ ਕਰਦਾ, ਤੇ देयर में भी a चांस कि कहना जी उत्ते मेरे को कुछ एक्सीडेंट हो सकदा, मतलब मेरा स्कूटर मेरा व्हीकल जेड़ा वा वो स्किड कर सकदा। उस स्किडिंग नु अवॉइड करन वास्ते ਅਸੀਂ ਉੱਤੇ ਹਮੇਸ਼ਾ ਸੇਫ ਲਿਮਿਟ ਡਿਫਾਈਨ ਕਰਦੇ ਹਾਂ। ਤੇ ਉਹਨੇ ਇਹ ਕਿਹਾ ਕਿ ਉਹ ਸੇਫ ਲਿਮਿਟ ਆਫ ਸਪੀਡ ਜਿਹੜੀ ਆ ਉਹ ਕਿਹੜੇ-ਕਿਹੜੇ ਵੇਰੀਏਬਲ ਤੇ ਡਿਪੈਂਡੈਂਟ ਆ, ਕਿਹੜੇ-ਕਿਹੜੇ ਫੈਕਟਰਸ ਨੇ ਜਿਨ੍ਹਾਂ ਸੇ ਉਸ ਸੇਫ ਲਿਮਿਟ ਨੂੰ ਡਿਫਾਈਨ ਕਰਦੇ। ਉਹਦੇ ਲਈ ਆਪਣੇ ਟੌਪਿਕ ਦਾ ਉਹਨੇ ਹੈਡਿੰਗ ਬਣਾ ਦਿੱਤਾ ਰਾਉਂਡਿੰਗ ए लेवल कर्व्ड रोड। क्या हेडिंग समझ आया? यस मैं दो वर्ड ਇਹਦੇ ਵਿੱਚੋਂ ਦਿੱਤੇ ਹਜੇ, ਇੱਕ ਕਰਵਡ ਰੋਡ, ਇਹਨੂੰ ਆਪਾਂ ਐਕਸਪਲੇਨ ਕਰ ਰਹੇ ਹੁਣ ਲੈਵਲ ਦੀ ਗੱਲ ਕਰਾਂਗੇ। ਕਹਿੰਦਾ ਪੁੱਤ ਲੈਵਲ ਰੋਡ ਦਾ ਵਰਡ ਦਾ ਕੀ ਮੀਨ ਆ? ਅਸੀਂ ਇਹ ਮੰਨ ਕੇ ਚੱਲਦੇ ਪਏ ਕਿ ਆ ਜੇ ਮੇਰਾ ਹੱਥ ਨੂੰ ਮੈਂ ਮੰਨਾਂ ਕਿ ਵੀ ਇਹ ਰੋਡ ਆ, ਇਹਦੇ ਤੇ ਵਹੀਕਲ ਜਾਂਦਾ ਪਿਆ ਤੇ ਇਹ ਰੋਡ ਬਿਲਕੁਲ ਫਲੈਟ ਰੋਡ ਆ, ਠੀਕ ਹੈ। ਇੱਕ ਰੋਡ ਆਏਗੀ, ਅਗਲਾ ਟੌਪਿਕ ਬੰਨਾ ਆਪਣਾ ਬੈਂਕਡ ਰੋਡ, ਰੋਡ ਦੀ ਬੈਂਕਿੰਗ ਕੀਤੀ ਜਾਏਗੀ, ਉਹਦੇ ਕਿਨਾਰੇ ਚੁੱਕੇ ਜਾਓਗੇ, ਰੋਡ ਫਲੈਟ ਨਹੀਂ ਹੋਏਗੀ, ਲੈਵਲ ਰੋਡ ਨਹੀਂ ਹੋਏਗੀ, ਉਹਦੇ ਇੱਕ ਐਜ ਨੂੰ ਦੂਜੇ ਐਜ ਦੇ ਰਿਸਪੈਕਟਿਵਲੀ ਥੋੜਾ ਜਿਹਾ ਰੇਜ਼ ਕੀਤਾ ਜਾਏਗਾ। ਅਸੀਂ ਕਹਿੰਦੇ ਰੋਡ ਦੀ ਬੈਂਕਿੰਗ ਕਰਾਂਗੇ। ਅਜੇ ਬੈਂਕਿੰਗ ਦੀ ਗੱਲ ਨਹੀਂ ਜੋੜ ਰਿਹਾ। ਜੇ ਰੋਡ ਮੇਰੀ ਫਲੈਟ ਰੋਡ ਹੈਗੀ ਆ ਤੇ ਇਸ ਰੋਡ ਦੇ ਉੱਤੇ ਜਦੋਂ ਅਸੀਂ ਟਰਨ ਲੈਣਾ ਵਾ, ਠੀਕ ਹੈ, ਤੇ ਉਸ ਮੂਵਮੈਂਟ ਤੇ ਆਪਣਾ ਟੌਪਿਕ ਬਣਦਾ ਪਿਆ ਰਾਉਂਡਿੰਗ ए लेवल कर्व्ड रोड, ठीक है। ਹੁਣ ਇਹਦੇ ਅੰਦਰ ਉਹਨੇ ਗੱਲ ਕੀ ਜੋੜਨ ਲੱਗਿਆ, ਉਹ ਕਹਿੰਦਾ ਜੀ ਲੈਟ ਵੀ ਸੇ ਅ ਵਹੀਕਲ ਇਜ਼ ਮੂਵਿੰਗ ਔਨ ਦਿਸ ਕਹਿੰਦਾ ਜੀ ਕਰਵੇਚਰ, कोई टर्न आ गया, इस टर्न तो ਅਸੀਂ मूव करना ਵਾ, ਅਸੀਂ ਇਸ टर्न ਤੋਂ ਇਦਾਂ ਮੁੜ ਕੇ ਜਾਣਾ ਵਾ, ਤੇ ਜਦੋਂ ਮੈਂ ਇਸ टर्न ਤੋਂ मूव करना, ठीक है, ਮੈਨੂੰ ਕਿਹੜੇ ਸੇਫਟੀ ਫੈਕਟਰ ਦਾ ਕਹਿੰਦਾ ਜੀ ਧਿਆਨ ਰੱਖਣਾ ਪਏਗਾ। ਉਹਦੇ ਲਈ ਆਪਾਂ ਡਿਫਾਈਨ ਕਰਾਂਗੇ
कि जे इस रोड के उत्ते व्हीकल मूव करता पिया, जे इस रोड ते मेरा व्हीकल, एक चीज ध्यान रख के चलियो, आप व्हीकल इदा नहीं लैके जाते पे, रोड अपनी इस साइड नूं आ, व्हीकल अपना इस साइड नूं कहना जी इदा मूव करता पे। जदों व्हीकल ने इस रोड ते मूव करना, तुसीं कहना जी दो फोर्सेस सब तो पहले दिखा दो, एक वेट ऑफ द व्हीकल which is acting vertically downward, एक ਇਹਦੇ as such reactional force, ਤੇ ਬਹੁਤ reactional force ਕਿਉਂਕਿ surface horizontal ਆ, level road ਆ, ਤੇ level road ਦੇ ਉੱਤੇ ਜਿਹੜੀ reaction generate ਹੋਣੀ ਆ ਉਹ ਇਸ surface ਤੇ perpendicular, यानी horizontal surface ਤੇ ਆ reactional force मेरी r इस डायरेक्शन ਚ आ ਜੂ। क्या आ दो forces clear आ? Yes, sir. चलो ਹੁਣ ਅਗਲੀ ਟਰਮ ਤੁਹਾਡੇ ਸਮਝਣ ਵਾਲੀ ਆ। ਜੇ ਮੰਨ ਲਓ ਮੈਂ ਕਿਸੇ ਮੋੜ ਤੋਂ ਟਰਨ ਲੈਣਾ ਸੀਗਾ, ਠੀਕ ਹੈ, ਪਰ ਚਾਂਸ ਕੀ ਹੋਇਆ, ਮੈਂ ਉਹਦੇ ਅਕੋਰਡਿੰਗਲੀ ਮੈਂ ਕਿਹਾ ਵੀ ਚਲੋ ਇੰਨੀ ਆਪਾਂ ਲਿਮਿਟ ਦੇ ਉੱਤੇ ਚੱਲਦੇ ਆਂ, ਆਪਾਂ ਇਸ ਹਿਸਾਬ ਨਾਲ ਮੂਵ ਕਰਦੇ ਪਏ ਉੱਤੋਂ ਕੋ ਸਪੀਡ ਦੇ ਅਕੋਰਡਿੰਗਲੀ, ਪਰ ਚਾਂਸ ਮੇਰਾ ਉੱਤੇ ਜਿਹੜਾ ਸਕੂਟਰ ਸਕਿਡ ਕਰ ਗਿਆ, ਠੀਕ ਹੈ, ਮੈਂ ਉਹਦੇ ਪੋਸੀਬਲ ਰੀਜ਼ਨ ਸੋਚੇ ਕੀ ਸੀਗਾ, ਤੇ ਮੈਂ ਨੋਟ ਕੀਤੀਆਂ ਕੁਝ ਇੱਕ ਚੀਜ਼ਾਂ। ਨੰਬਰ 1 ਮੈਂ ਦੇਖਿਆ ਜੀ ਜਿਹੜੇ ਮੇਰੇ ਸਕੂਟਰ ਦੇ ਜਾਂ ਵਹੀਕਲ ਦੇ ਟਾਇਰ ਸੀਗੇ ਨਾ ਉਹ ਘਿਸੇ ਹੋਏ ਸੀਗੇ, ਉਹਦੇ ਉੱਤੇ ਪ੍ਰੋਪਰ ਜਿਹੜਾ ਰਬਰ ਦੇ ਉੱਤੇ ਡਿਜ਼ਾਈਨ ਰਹਿੰਦਾ ਉਹ ਨਹੀਂ ਹੈਗਾ ਸੀ, ਉਹ ਬਿਲਕੁਲ ਟਾਇਰ ਘਿਸ ਚੁੱਕਾ ਸੀਗਾ। ਦੂਜਾ ਮੈਂ ਨੋਟ ਕੀਤਾ ਜੀ ਉੱਤੇ ਰੋਡ ਦੇ ਉੱਤੇ ਨਾ ਤੇਲ ਡੁੱਲਿਆ ਹੋਇਆ ਸੀ ਥੋੜਾ ਜਿਹਾ, ਜਾਂ ਕਹਿ ਲਓ ਮੀਂਹ ਪੈ ਕੇ ਹਟਿਆ ਸੀ, ਰੋਡ ਗਿੱਲੀ ਸੀਗੀ। ਇਹਨਾਂ ਸਾਰੇ ਹੀ ਕੇਸਿਸ ਨੂੰ ਮੈਂ ਜੋੜਾਂ ਤੇ ਮੈਨੂੰ ਇੱਕ ਚੀਜ਼ ਮਿਲੀ, ਰੋਡ ਤੇ ਟਾਇਰ ਦੇ ਵਿੱਚ ਜੋ ਗ੍ਰਿਪ ਹੋਣੀ ਚਾਹੀਦੀ ਸੀਗੀ ਉਹ ਪੂਰੀ ਨਹੀਂ ਸੀਗੀ। ਇਹ ਮੈਂ ਰੋਡ ਔਰ ਟਾਇਰ 'ਚ ਜਿਹੜੀ ਫ੍ਰਿਕਸ਼ਨਲ ਫੋਰਸ ਰਿਕੁਆਇਰਡ ਸੀਗੀ ਹਨਾ, ਉਹ ਮੈਨੂੰ ਪੂਰੀ ਨਹੀਂ ਉੱਤੇ ਮਿਲੀ। ਇਹ ਮਤਲਬ ਫ੍ਰਿਕਸ਼ਨਲ ਫੋਰਸ ਉੱਤੇ ਘਟ ਗਈ, ਠੀਕ ਹੈ। ਮੈਂ ਕਿਹਾ ਯਾਰ ਫ੍ਰਿਕਸ਼ਨਲ ਫੋਰਸ ਨੇ ਕੀ ਕਰਨਾ, ਠੀਕ ਹੈ ਜੀ, ਫ੍ਰਿਕਸ਼ਨਲ ਫੋਰਸ ਦੀ ਇੱਥੇ ਕੀ ਲੋੜ ਸੀਗੀ, ਤੇ ਕਹਿੰਦਾ ਰੋਡ ਔਰ ਟਾਇਰ ਦੇ ਅੰਦਰ ਜਿਹੜੀ ਪ੍ਰੋਪਰ ਗ੍ਰਿਪ ਹੈਗੀ ਆ, ਠੀਕ ਹੈ, ਜਦੋਂ ਤੱਕ ਉਹ ਨਹੀਂ ਨਾ ਪੂਰੀ ਹੋਏਗੀ ਤੇ ਤੁਹਾਡਾ ਸਾਈਕਲ ਜਾਂ ਸਕੂਟਰ ਜਾਂ ਵਹੀਕਲ ਜਿਹੜਾ ਉਹ ਤੋਂ ਸਕਿਡ ਕਰਦਾ ਪਿਆ, ਇਹਦਾ ਮਤਲਬ ਹੋ ਗਿਆ ਉਹਨੂੰ ਉਸ ਕਰਵੇਚਰ ਤੇ ਮੂਵ ਕਰਨ ਲਈ ਜਿੰਨੀ ਸੈਂਟਰੀਪੀਟਲ ਫੋਰਸ ਚਾਹੀਦੀ ਆ ਉਹਨੂੰ ਉਹ ਫੋਰਸ ਨਹੀਂ ਪੂਰੀ ਮਿਲਦੀ ਪਈ। क्या आ गल समझ लगी जो मैं बोली? Yes, sir. Yes, sir. इसे लाइन में रिपीट कर रहा और अपने टॉपिक का बेस भी यही एक लाइन है बेटा कि व्हेन a vehicle is moving on a level curved road, ठीक है जी, then force of friction between tire and the road is a necessary force, ठीक है, to makes the कहना जी turn। ਜੇ ਮੇਰੇ ਵਹੀਕਲ ਨੇ ਉਹ ਟਰਨ ਕੰਪਲੀਟ ਕਰਨਾ ਵਾ ਤੇ ਉਹ ਟਰਨ ਨੂੰ ਕੰਪਲੀਟ ਕਰਨ ਲਈ ਰੋਡ ਤੇ ਟਾਇਰ 'ਚ ਫ੍ਰਿਕਸ਼ਨਲ ਫੋਰਸ ਪੂਰੀ ਚਾਹੀਦੀ ਆ, ਗ੍ਰਿਪ ਜਿਹੜੀ ਆ ਰੋਡ ਦੇ ਨਾਲ ਟਾਇਰ ਦੀ ਨਾ ਉਹ ਪੂਰੀ ਬੰਨੀ ਚਾਹੀਦੀ ਆ। ਕਹਿੰਦਾ ਵੀ ਉਹ ਕਿਉਂ, ਇਹਦਾ ਮਤਲਬ ਫਿਰ ਇੱਕ ਚੀਜ਼ ਆਈ ਕਿ ਰੋਡ ਔਰ ਟਾਇਰ ਦੇ ਵਿੱਚ ਜਿਹੜੀ ਫ੍ਰਿਕਸ਼ਨਲ ਫੋਰਸ ਆ ਇਟ ਮਸਟ ਐਕਟ ਐਜ਼ ਅ ਸੋਰਸ ਆਫ ਸੈਂਟਰੀਪੀਟਲ ਫੋਰਸ। ਜੇ ਮੈਂ ਇਤੋਂ ਸਕੂਟਰ ਨਹੀਂ ਪ੍ਰੋਪਰ ਕੱਢ ਪਾ ਰਿਹਾ, ਮੈਂ ਹਰ ਵਾਰੀ ਸਕਿਡ ਕਰਦਾ ਪਿਆ ਤੇ ਔਰ ਹਰ ਵਾਰੀ ਵਾਲੇ ਕੇਸ 'ਚ ਕੀ ਹੋ ਰਿਹਾ ਕਿ ਰੋਡ ਔਰ ਟਾਇਰ 'ਚ ਜਿਹੜਾ ਵਾ ਉਹ ਫ੍ਰਿਕਸ਼ਨ ਘਟੀ ਹੋਈ ਆ। ਕਾਰਨ ਕੁਝ ਵੀ ਹੋ ਸਕਦਾ, ਤੁਹਾਡੇ ਟਾਇਰ ਦੀ ਵੇਅਰ ਐਂਡ ਟੀਅਰਨੈਸ ਹੋ ਸਕਦੀ, ਟਾਇਰ ਘਿਸਿਆ ਹੋ ਸਕਦਾ, ਰੋਡ ਦੇ ਉੱਤੇ ਕਹਿੰਦਾ ਜੀ ਕੋਈ ਤੇਲ ਡੁੱਲਿਆ ਹੋ ਸਕਦਾ, ਜਾਂ ਕੋਈ ਵੀ ਹੋਰ ਕਾਜ਼ਸ ਜਿਹਦੇ ਨਾਲ ਉੱਥੇ ਫ੍ਰਿਕਸ਼ਨਲ ਫੋਰਸ ਘਟ ਗਈ। ਤੇ ਜੇ ਫ੍ਰਿਕਸ਼ਨਲ ਫੋਰਸ ਪੂਰੀ ਨਹੀਂ ਮਿਲਦੀ ਵੀ ਤੇ ਟਾਇਰ ਟਰਨ ਨਹੀਂ ਲੈ ਰਿਹਾ, ਤੇ ਇਹਦਾ ਮਤਲਬ ਇੱਕ ਚੀਜ਼ ਹੋਈ ਕਿ that frictional force must provide the required centripetal force। ਇਹਦਾ ਮਤਲਬ ਆ ਕਿ ਜਦੋਂ ਮੈਂ ਉਤੋਂ ਸੇਫਟੀ ਨਾਲ ਨਿਕਲ ਗਿਆ, ਸੇਫ ਵੇ ਨਾਲ ਸਕਿਡ ਕੀਤੇ ਬਿਨਾ ਨਿਕਲ ਗਿਆ, ਤੇ ਮੈਨੂੰ ਜਿੰਨੀ ਫ੍ਰਿਕਸ਼ਨਲ ਫੋਰਸ ਮਤਲਬ ਜਿੰਨੀ ਮੈਨੂੰ ਸੈਂਟਰੀਪੀਟਲ ਫੋਰਸ ਚਾਹੀਦੀ ਹੋਏਗੀ, ਜ਼ਰੂਰ ਮੈਨੂੰ ਉਨੀ ਸੈਂਟਰੀਪੀਟਲ ਫੋਰਸ ਉੱਤੇ ਮਿਲੀ। ਜੇ ਉਨੀ ਸੈਂਟਰੀਪੀਟਲ ਫੋਰਸ ਨਹੀਂ ਮਿਲਦੀ ਤੇ ਬਾਡੀ ਸਰਕਲ ਤੇ ਮੂਵ ਨਹੀਂ ਕਰੇਗੀ। ਬਾਡੀ ਮਸਟ ਲੀਵ ਦਾ ਸਰਕੂਲਰ ਪਾਥ, ਕਿਉਂਕਿ ਬਾਡੀ ਦੀ ਨੈਚੁਰਲ ਟੈਂਡੈਂਸੀ ਆ ਬਾਡੀ ਸਰਕਲ 'ਚ ਨਹੀਂ ਸਟ੍ਰੇਟ ਪਾਥ ਤੇ ਜਾਣਾ ਚਾਹੁੰਦੀ ਹੈ। ਤੇ ਜੇ ਬਾਡੀ ਉਸ ਮੂਵਮੈਂਟ ਤੇ ਸਟ੍ਰੇਟ ਤੇ ਨਾ ਜਾ ਕੇ ਸਰਕਲ ਆਪਣੀ ਕਰਵੇਚਰ ਨੂੰ ਕਵਰ ਕਰਦੀ ਪਈ ਆ, ਤੇ देयर ਮਸਟ ਬੀ ਸਮਵਨ ਹੂ ਪ੍ਰੋਵਾਈਡ ਦਾ ਕਹਿੰਦਾ ਜੀ ਨੈਸੈਸਰੀ ਸੈਂਟਰੀਪੀਟਲ ਫੋਰਸ। ਤੇ ਇਸ ਵੇਲੇ ਇਸ ਮੂਵਮੈਂਟ ਤੇ ਆ ਦੋ ਫੋਰਸ ਤੋਂ ਇਲਾਵਾ ਮੈਨੂੰ ਜਿਹੜੀ ਤੀਜੀ ਫੋਰਸ ਸਿਰਫ ਇਸ ਵੇਲੇ ਤੇ ਸੁੱਝਦੀ ਪਈ ਆ ਜਾਂ ਮੇਰੇ ਦਿਮਾਗ 'ਚ ਆਉਂਦੀ ਪਈ, that is the only one force, ठीक है, that is the grip between road and tire, that is the force of friction। It means the force of friction between road and tire, it always to be acting towards the center। ਇਹਦਾ ਮਤਲਬ ਆ ਰੋਡ ਤੇ ਟਾਇਰ ਦੇ ਵਿੱਚ ਜਿਹੜੀ ਫ੍ਰਿਕਸ਼ਨਲ ਫੋਰਸ ਹੈ ਨਾ, ਇਹ ਹਮੇਸ਼ਾ ਟੁਵਰਡਸ ਦਾ ਸੈਂਟਰ ਲੱਗੇਗੀ। it always to be act towards the center so that, ਕਿਉਂਕਿ ਜੇ ਮੇਰਾ ਕਰਵੇਚਰ ਇਧਰ ਨੂੰ ਮੁੜਦਾ ਪਿਆ ਤੇ ਇਸ ਸਰਕਲ ਦਾ ਸੈਂਟਰ ਜਿਹੜਾ ਵਾ ਉਹ ਇਸ ਸਾਈਡ ਨੂੰ ਹੀ ਆ। ਇਹਦਾ ਮਤਲਬ ਰੋਡ ਔਰ ਟਾਇਰ ਦੇ ਵਿੱਚ ਵੀ ਫ੍ਰਿਕਸ਼ਨਲ ਫੋਰਸ ਇਟ ਮਸਟ ਬੀ ਐਕਟਿੰਗ ਟੁਵਰਡਸ ਦਾ ਸੈਂਟਰ
ठीक है जी, then it will provide the necessary centripetal force and body will move over the circular path without any skidding। जे ते आ गल्लां समझ लगियां ते जरूर मैनू दसो, जे इह च डाउट है तो जरूर पूछो। सर बोलो जी। सर जी फोर्स ऑफ फ्रिक्शन घट हो जाऊगी अज बिल्कुल ही गायब हो जाऊगी, फिर सेंट्रीफ्यूगल फोर्स एक्वायर कर लूगा, जे मेरे को मतलब अवे फ्रॉम द सेंटर। सेंट्रीपिटल हैगी तो सेंट्रीफ्यूगल है। सेंट्रीफ्यूगल दा ओरिजिन जेड़ा वा ओदा कॉज जेड़ा वो सेंट्रीपिटल ही आ। जे मैनू कोई मजबूर ही नहीं करूगा, ठीक है जी, मैनू कोई ऐसा च जबरदस्ती इधर नहीं खिंचूगा, है ना, ते मैनू दूजे पासे भी कहता जी खिंचना किने, मतलब मैं तो अपनी मर्जी ना अपने पास ते चलूंगा। ਇਹਦਾ ਮਤਲਬ ਜੇ ਮੈਨੂੰ ਕੋਈ ਕਰਵੇਚਰ ਤੇ ਲੈ ਕੇ ਜਾਣਾ ਚਾਹੂਗਾ ਤੇ ਮੇਰੀ ਉਦੋਂ ਰੈਜ਼ਿਸਟੈਂਸ ਜਿਹੜੀ ਆ ਉਹ ਕਰਵੇਚਰ ਤੇ ਜਾਣ ਦੇ ਲਈ ਬਣਨੀ ਸ਼ੁਰੂ ਹੋਏਗੀ। ਤੇ ਜੇ ਮੈਨੂੰ ਕੋਈ ਕਰਵੇਚਰ ਤੇ ਮੂਵ ਹੀ ਨਹੀਂ ਕਰਾਉਣਾ ਚਾਹ ਰਿਹਾ, ਠੀਕ ਹੈ, ਕੋਈ ਕਰਵੇਚਰ ਵਾਲੀ ਸਾਈਡ ਨੂੰ ਮੂਵ ਨਹੀਂ ਕਰਾ ਰਿਹਾ, ਠੀਕ ਹੈ, ਤੇ ਮੇਰੇ ਅਗੇਂਸਟ ਫੋਰਸ ਜਿਹੜੀ ਬਣਨੀ ਹੈ ਕਰਵੇਚਰ ਦੇ ਉਹ ਵੀ ਨਹੀਂ ਬਣੇਗੀ। ਇਹ ਮੈਂ ਸੈਂਟਰੀਫਿਊਗਲ ਆਪਾਂ ਬਾਰ-ਬਾਰ ਕਹੀਆ ਇਟਸ ਅ ਸੀਡੋ ਫੋਰਸ, ठीक है, इट्स एन इमेजिनरी फोर्स which always to be generated to counterbalance the centripetal force। ਉਹਨੂੰ ਬੈਲੈਂਸ ਕਰਨ ਵਾਸਤੇ ਇਹ ਬਾਡੀ ਦੇ ਉੱਤੇ ਐਕਟ ਕਰਦੀ ਹੈ, ਠੀਕ ਹੈ। ਇਹ ਨਹੀਂ ਹੋਏਗਾ ਕਿ ਵੀ ਜੇ ਸੈਂਟਰੀਪੀਟਲ ਨਹੀਂ ਤੇ ਸੈਂਟਰੀਫਿਊਗਲ ਫੋਰਸ ਬਾਡੀ ਦੇ ਉੱਤੇ ਕਹਿੰਦਾ ਲੱਗਣੀ ਸ਼ੁਰੂ ਹੋਗੀ। ਸੈਂਟਰੀਫਿਊਗਲ ਦਾ ਤਾਂ ਕਨਸੈਪਟ ਹੀ ਉਦੋਂ ਆਣਾ ਜਦੋਂ ਸੈਂਟਰੀਪੀਟਲ ਜਨਰੇਟ ਹੋਣੀ ਸ਼ੁਰੂ ਹੋਈ। ਇਹ ਕਲੀਅਰ ਹੈ ਬੱਚੇ? यस सर। हाँ जी, क्या इन्नी गल समझ कंटिन्यू करा? सर एक डाउट सी, ਤੁਸੀਂ ਕਹਿੰਦਾ ਆਹ ਆਪਣੇ ਕੋ ਜਿੰਨੀਆਂ ਤੁਸੀਂ ਫੋਰਸਸ ਦਿਖਾਈਆਂ ਇਹੀ ਲੱਗ ਰਹੀਆਂ, ਪਰ ਵਹੀਕਲ ਅੱਗੇ ਵੀ ਤਾਂ ਮੂਵ ਕਰਦਾ ਪਿਆ ਆ, ਜਿਹੜਾ ਫਾਰਵਰਡ ਮੂਵ ਕਰਦਾ ਪਿਆ ਉਹ ਵਾਲੀ ਫੋਰਸ ਕਿੱਥੇ? ਨਹੀਂ ਪੁੱਤ, ਆਪਾਂ ਆ ਕਹਿ ਰਹੇ ਨਾ, ਆ ਮੇਰੇ ਕੋਲ ਕਹਿੰਦਾ ਜੀ ਵਹੀਕਲ ਫਾਰਵਰਡ ਡਾਇਰੈਕਸ਼ਨ 'ਚ ਚੱਲਦਾ ਪਿਆ, ਉਹ ਸਾਰੇ ਦੀਆਂ ਸਾਰੀਆਂ ਫੋਰਸਸ ਜਿਹੜੀਆਂ ਉਹਨੂੰ ਐਕਸਲਰੇਟਿੰਗ ਮੋਸ਼ਨ 'ਚ ਲੈ ਕੇ ਚੱਲ ਰਹੀਆਂ, ਠੀਕ ਹੈ। ਜਦੋਂ ਵਹੀਕਲ ਮੇਰਾ ਇਸ ਵੇ ਨਾਲ ਟਰਨ ਲੈਂਦਾ ਪਿਆ, ਅਸੀਂ ਕਹਿੰਦੇ ਕਿ ਕਿਸੇ ਵੀ ਕਰਵੇਚਰ ਦੇ ਉੱਤੇ ਜਦੋਂ ਬਾਡੀ ਮੂਵ ਕਰਦੀ, ਫਾਰਵਰਡ ਪੁਲਿੰਗ ਫੋਰਸਸ ਤਾਂ ਬਾਡੀ ਦੇ ਉੱਤੇ ਐਕਸਲਰੇਟਿੰਗ ਸਟੇਟ 'ਚ ਬੰਦੀ ਪਈ ਆ। ਪਰ ਐਟ ਦਾ ਸੇਮ ਟਾਈਮ ਜੇ ਬਾਡੀ ਮੇਰੀ ਆ ਐਸ ਚ ਸਰਕਲ 'ਚ ਜਾਣਾ ਨਾ, ਜਦੋਂ ਬਾਡੀ ਨੇ ਇਸ ਸਰਕਲ 'ਚ, ਤੇ ਬਾਡੀ ਨੇ ਐਸ ਚ ਜਦੋਂ ਇਦਾਂ ਮੁੜਨਾ ਵਾ, ਤੇ ਬਾਡੀ ਦੇ ਅੰਦਰ ਵਾਲਾ ਜਿਹੜਾ ਆ ਪਾਰਟ ਆ ਵਹੀਕਲ ਵਾਲਾ ਤੇ ਆ ਜਿਹੜਾ ਪੋਰਸ਼ਨ ਹੈ ਨਾ, ਇਹ ਦੋਨਾਂ ਦੇ ਵਿੱਚੋਂ ਕੀ ਹੁੰਦਾ ਕਿ ਵੀ ਆ ਪਾਰਟ ਜਿਹੜਾ ਡਾਊਨ ਹੋਣ ਕਰਕੇ ਹੈ ਨਾ, ਇਹ ਬਾਡੀ ਨੂੰ ਸਰਕਲ 'ਚ ਖਿੱਚਦਾ ਵਾ। ਇਹਦਾ ਮਤਲਬ ਬਾਡੀ ਦੇ ਉੱਤੇ ਡਰਾਈਵਿੰਗ ਫੋਰਸ ਜਿਹੜੀ ਫਾਰਵਰਡ ਆ ਉਹ ਤੇ ਹੈ ਹੀ ਹੈ। ਆ ਵਹੀਕਲ ਜਦੋਂ ਚੱਲਦਾ ਪਿਆ, ਆਪਾਂ ਇਦਾਂ ਦਿਖਾ ਰਹੇ, ਆ ਵਹੀਕਲ ਜਦੋਂ ਮੇਰੇ ਕੋਲ ਮੰਨ ਲਓ ਮੂਵ ਕਰਨਾ ਵਾ, ਜਦੋਂ ਇਹਨੇ ਇਸ ਕਰਵੇਚਰ ਦਾ ਅਸੀਂ ਕਹਿੰਦੇ ਇਸ ਵੇ ਨਾਲ ਮੂਵ ਕਰਕੇ ਜਾਣਾ, ਇਹਨੇ ਫਾਰਵਰਡ ਮੂਵ ਕਰਨ ਵਾਲੀ ਫਾਰਵਰਡ ਫੋਰਸ ਹੈਗੀ ਆ ਬਾਡੀ ਦੇ ਉੱਤੇ, ਇਹਦਾ weight ਡਾਊਨਵਰਡ ਆਇਆ, ਰਿਐਕਸ਼ਨ ਓਪਨ ਹੋਈ, ਤੇ ਜੇ ਉਹ ਕਹਿੰਦਾ ਇਹਨੇ ਕਰਵੇਚਰ ਕਵਰ ਕੀਤਾ ਨਾ, ਤੇ ਕਰਵੇਚਰ ਤੇ ਕਿਹੜੀ ਫੋਰਸ ਲੈ ਕੇ ਗਈ, ਇਹਨੂੰ ਕਰਵੇਚਰ ਦੇ ਉੱਤੇ ਐਸ ਸੱਚ ਕਹਿੰਦਾ ਜੀ ਕਿਹਨੇ ਮੂਵ ਕਰਾਇਆ, ਤੇ ਉਹਦੇ ਲਈ ਅਸੀਂ ਡਿਫਾਈਨ ਕਰਦੇ ਪਏ ਕਿ ਬਾਡੀ ਦੇ ਅੰਦਰ ਜਿਹੜੀ ਐਸ ਸੱਚ ਰੋਡ ਔਰ ਟਾਇਰ ਦੇ ਵਿਚਲੀ ਜਿਹੜੀ ਫੋਰਸ ਆਫ ਫ੍ਰਿਕਸ਼ਨ ਹੋਏਗੀ, ਉਹ ਉਸ ਮੂਵਮੈਂਟ ਤੇ ਟੁਵਰਡਸ ਦਾ ਸੈਂਟਰ ਲੱਗ ਕੇ ਬਾਡੀ ਨੂੰ ਪ੍ਰੋਪਰ ਸੈਂਟਰੀਪੀਟਲ ਫੋਰਸ ਦੇਗੀ, ਔਰ ਇਸ ਸੈਂਟਰੀਪੀਟਲ ਫੋਰਸ ਦੇ ਕਰਕੇ ਬਾਡੀ ਜਿਹੜੀ ਉਹ ਕਰਵੇਚਰ ਨੂੰ ਕਵਰ ਕਰਦੀ ਪਈ। ਜਿਹੜੀ ਫਾਰਵਰਡ ਡਰਾਈਵਿੰਗ ਫੋਰਸ ਆ that should be there, that always to be there, ਪਰ ਉਹਦੇ ਨਾਲ ਨਾਲ ਬਾਡੀ ਇੱਕ ਕੀ ਕਰਦੀ ਪਈ, ਫਾਰਵਰਡ ਵੀ ਚੱਲਦੀ ਪਈ, ਇੱਕ ਕਰਵੇਚਰ ਵੱਲ ਵੀ ਮੁੜਦੀ ਪਈ, ਯਾਨੀ ਕਰਵੇਚਰ ਵੀ ਕਵਰ ਕਰਦੀ। ਤੇ ਇਹਦਾ ਮਤਲਬ ਕੋਈ ਨਾ ਕੋਈ ਫੋਰਸ ਤਾਂ ਕਰਵੇਚਰ ਦੇ ਟੁਵਰਡਸ ਵੀ ਤਾਂ ਲੱਗਦੀ ਹੋ। ਓਕੇ ਸਰ, ਆगे ਤੇ ਜਿਹੜੀ ਫੋਰਸ ਟੁਵਰਡਸ ਦਾ ਕਰਵੇਚਰ ਲੱਗੇਗੀ ਉਹਦਾ ਇੱਕੋ ਹੀ ਕੰਮ ਆ, ਠੀਕ ਹੈ, ਔਰ ਉਸਨੇ ਬਾਡੀ ਨੂੰ ਐਸ ਸੱਚ ਸੈਂਟਰੀਪੀਟਲ ਫੋਰਸ ਪੂਰੀ ਕਰਕੇ ਦੇਣੀ। ਇਹਦਾ ਮਤਲਬ ਇਹ ਹੋ ਗਿਆ ਕਿ ਫੋਰਸ ਆਫ ਫ੍ਰਿਕਸ਼ਨ ਐਟ ਦਿਸ ਇਨਸਟੈਂਟ ਵਿਲ ਪ੍ਰੋਵਾਈਡ ਦਾ ਨੈਸੈਸਰੀ ਸੈਂਟਰੀਪੀਟਲ ਫੋਰਸ ਟੂ ਅਸ। ਕੀ ਆ ਗੱਲ ਸਮਝ ਆਈ? ਆਪਾਂ ਇੱਕ ਲਾਈਨ ਆ ਮੇਨ, ਇਹ ਚੀਜ਼ ਕਲੀਅਰ ਹੋਏਗੀ ਤਾਂ ਆਪਾਂ ਅੱਗੇ ਚੱਲਾਂਗੇ। ਜੇ ਇਸ ਦੇ ਵਿੱਚ ਕਿਸੇ ਨੂੰ ਕੋਈ ਵੀ ਡਾਊਟ ਆ ਤੇ ਉਹ ਜ਼ਰੂਰ ਬੋਲਦੇ ਚੱਲੋ, ਆਪਾਂ ਇੱਥੇ ਰੁਕ ਜਾਣਾ, ਆਪਾਂ ਬਾਕੀ ਕੰਮ ਬਾਅਦ ਚੋਂ ਕੱਲ ਕਰ ਲਾਂਗੇ। ਜੇ ਇੰਨੀ ਗੱਲ ਸਮਝ ਲੱਗ ਰਹੀ ਹੈ ਬੇਟਾ ਤੇ ਮੈਨੂੰ ਜ਼ਰੂਰ ਦੱਸੋ ਕਿ ਜਦੋਂ ਬਾਡੀ ਨੇ ਕਿਸੇ ਰਾਉਂਡ ਕਰਵੇਚਰ ਤੇ ਮੂਵ ਕਰਨਾ, ਕਿਸੇ ਮੰਨ ਲਓ ਆਪਾਂ ਚੌਂਕ ਦੇ ਵਿੱਚ ਆ ਗਏ, ਚੌਂਕ ਤੋਂ ਜਦੋਂ ਮੈਂ ਕਾਰ ਟਰਨ ਲੈ ਕੇ ਜਾਣਾ ਪਿਆ, ਇੱਕ ਤੇ ਫਾਰਵਰਡ ਫੋਰਸ ਮੈਨੂੰ ਅੱਗੇ ਲੈ ਕੇ ਚੱਲਦੀ ਪਈ, ਨਾਲ ਨਾਲ ਮੈਂ ਕਰਵੇਚਰ ਵੀ ਕਵਰ ਕਰ ਰਿਹਾ, ਤੇ ਕਰਵੇਚਰ ਨੂੰ ਕਵਰ ਕਰਨ ਲੱਗੇ ਮੈਨੂੰ ਐਸ ਸੱਚ ਸੈਂਟਰੀਪੀਟਲ ਫੋਰਸ ਜ਼ਰੂਰ ਚਾਹੀਦੀ ਆ। ਕਹਿੰਦਾ ਮੈਨੂੰ ਕੌਣ ਦਿੰਦਾ ਪਿਆ ਸੈਂਟਰੀਪੀਟਲ ਫੋਰਸ? ਇੱਕ ਮੈਂ ਤੇ ਜਿਹੜੀ ਐਸ ਸੱਚ ਐਕਸਲਰੇਟਰ ਦੱਬਦਾ ਪਿਆ, ਉਹ ਐਕਸਲਰੇਟਰ ਦੱਬ ਕੇ ਮੈਂ ਫਾਰਵਰਡ ਡਾਇਰੈਕਸ਼ਨ 'ਚ ਮੂਵ ਕਰਦਾ ਪਿਆ, ਪਰ ਮੈਨੂੰ ਟੁਵਰਡਸ ਦਾ ਸੈਂਟਰ ਵਾਲੀ ਸੈਂਟਰੀਪੀਟਲ ਉਦੋਂ ਕੌਣ ਦਿੰਦਾ ਪਿਆ?
ਕਹਿੰਦਾ ਜਿਹੜੀ ਰੋਡ ਤੇ ਟਾਇਰ 'ਚ ਗ੍ਰਿਪ ਵਾ, ਇਹਨਾਂ ਰੋਡ ਔਰ ਟਾਇਰ ਦੇ ਵਿੱਚ ਦੀ ਜਿਹੜੀ ਫ੍ਰਿਕਸ਼ਨਲ ਫੋਰਸ ਆ, ਇਟ ਮਸਟ ਐਕਟ ਟੁਵਰਡਸ ਦਾ ਸੈਂਟਰ ਸੋ ਦੈਟ ਇਟ ਵਿਲ ਬਿਕਮ ਦਾ ਕਹਿੰਦਾ ਸੋਰਸ ਆਫ ਸੈਂਟਰੀਪੀਟਲ ਫੋਰਸ। ਫਿਰ ਇਹ ਸੈਂਟਰੀਪੀਟਲ ਫੋਰਸ ਦਾ ਸੋਰਸ ਬਣ ਕੇ ਮੈਨੂੰ ਨੈਸੈਸਰੀ ਫੋਰਸ ਪ੍ਰੋਵਾਈਡ ਕਰੇਗੀ ਤੇ ਬਾਡੀ ਵਿਦਆਊਟ ਸਕਿਡਿੰਗ, ਠੀਕ ਹੈ ਜੀ, ਉਸ ਮੂਵਮੈਂਟ ਤੇ ਬਿਨਾ ਸਕਿਡ ਕੀਤੇ, ਬਿਨਾ ਪਲਟੇ, ਠੀਕ ਹੈ, ਬਾਡੀ ਮੇਰੀ ਜਿਹੜੀ ਉਹ ਕਰਵੇਚਰ ਕਹਿੰਦਾ ਜੀ ਮੂਵ ਕਰਕੇ ਜਾਏਗੀ।